ऐसे जल ते बुध बुधा उपजै बिनसै नीत। जग रचना तैसे रची कहो नानक सुन मीत। प्राणी कछु न चेतई मद माया कै अंध। कहो नानक बिन हर भजन परत ताहि जम फंद। कहो नानक बिन हर भजन परत ताहि जम फंद। वाते बड़े अदब प्यार सहित सतगुरु जी दे पावन चरणां अंदर सुभाएमान गुरु प्यारे गुरु सवारे नितनेमी जन। आगै सुख मेरे मीता पाछै आनंद प्रभ कीता। बड़ी वड्डी वडियाई है जो जीवन विच वरतदी है। नहीं तो आम तौर ते मनुख अगे झाती मारदा ते चिंता दिसदी है, पिछे झाती मारदा पछतावा दिसदा है। ते किड्डी वड्डी वडियाई है, अगे सुख है पिछे आनंद है। ये दात साहब जी कहते परमेश्वर मालिक बनाउंदा है। जिस जीवन विच वाहिगुरु ऐसी बनत बख्शिश करता है वो जीवन फिर डोलदा नहीं है कदे भी। जीवन दे अंदर सदा ही जिस जीवन नूं वाहिगुरु दी हाज़र नाज़रता दा एहसास बनिया रहिंदा है, उत्थे सुख भी है, उत्थे आनंद भी है। सदा वाहिगुरु दा प्यारा मालिक दी सिफत दे विच एकमिक रहिंदा है। साहिब धन गुरु तेग बहादुर साहिब सतगुरु जिन्हां दी अपार बख्शिश किरपा गुरुदेव दे पावन सलोक गुरुदेव दे उपदेश संदेश नूं आपां विचारन दा यतन कर रहे हैं। गुरुदेव दी किरपा दा सदका 24 सलोकां तक विचार आपां सांझी कर लईए। आओ अगलेरे बचनां दी विचार आरंभ करिए। प्यार सहित सारे आखो जी सतनाम श्री वाहिगुरु। जैसे जल ते बुध बुधा उपजै बिनसै नीत। जग रचना तैसे रची कहो नानक सुन मीत। जिस तरह एक पानी दा बुलबुला है, इसे तरह ये जगत दी रचना है। जिवें बुलबुला थिर नहीं, ये रचना भी थिर नहीं। दूसरा गुरुदेव जी कहन लगे, हे मीत सुन, कदे इस रचना विच तू उलझ के ना रह जाईं। ये थिर नहीं, क्योंकि सतगुरु जी बाणी च सानू समझाउंदे ने। उदाहरण गुरुदेव कोई भी वरतन ते उदाहरणां संसार दीयां ही वरतियां जा सकदियां ने। रब दी काहदी उदाहरण दईए? अकाल पुरख दा कोई एग्जाम्पल नहीं दिता जा सकता। हाँ, अकाल पुरख दा अनुभव है। उदाहरणां बाहर दियां ने, आत्मा दा अनुभव है सानू। आत्मा की एग्जाम्पल यही है, असी जी रहे हैं, साडा होना, साडे शरीर की सलामती संसार दीयां उदाहरणां ने। किस वास्ते? सानू समझाउण वास्ते। जिन्ने भी गुरबाणी दे अंदर बोल ने मनुख मात्र नूं समझाउण वास्ते ने। किसी होर पशु जगत नूं
ਪੰਛੀ ਜਗਤ ਨੂੰ ਨਹੀਂ, ਕਿਉਂਕਿ ਉਹ ਸਾਰੇ ਭੋਗ ਜੋਨੀ ਜੀ ਰਹੇ ਨੇ। ਮਨੁੱਖ ਕਰਮ ਜੋਨੀ ਵਿੱਚ ਹੈ। ਬਾਕੀਆਂ ਦੀ ਸਭਨਾਂ ਦੀ ਭੋਗ ਜੋਨੀ ਹੈ, ਜੋ ਕੁਝ ਉਹਨਾਂ ਨੇ ਕਰਨਾ ਨਿਰਧਾਰਤ ਹੈ। ਉੱਥੋਂ ਤੱਕ ਮਨੁੱਖ ਦੇ ਕੋਲ ਕਰਮ ਜੋਨੀ ਹੈ। ਇਹ ਅੱਗੇ ਵੀ ਜਾ ਸਕਦਾ, ਜਿਵੇਂ ਸਾਡੀ ਹੁਣ ਮਨੁੱਖੀ ਜੀਵਨ ਦੀ ਯਾਤਰਾ ਇਸ ਤਰ੍ਹਾਂ ਹੈ, ਜਿਵੇਂ ਇੱਕ ਚੌਂਕ ਹੁੰਦਾ ਹੈ, ਕੋਈ 4 ਰਸਤੇ ਨੇ। ਬੰਦਾ ਅੱਗੇ ਵੀ ਚਲਾ ਜਾਏ, ਪਿੱਛੇ ਵੀ ਮੁੜ ਸਕਦਾ ਹੈ, ਸੱਜੇ ਵੀ ਜਾ ਸਕਦਾ ਹੈ, ਖੱਬੇ ਵੀ ਜਾ ਸਕਦਾ ਹੈ। ਮਨੁੱਖੀ ਜੀਵਨ ਵੀ ਇਸੇ ਤਰ੍ਹਾਂ ਹੈ, ਕੋਈ ਅੱਗੇ ਵੀ ਜਾ ਸਕਦਾ ਹੈ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਬਹੁਤ ਅੱਗੇ ਚਲੇ ਗਏ। ਤੇ ਕਈਆਂ ਦਾ ਜੀਵਨ ਪਿੱਛੇ ਵੀ, ਪਸ਼ੂ ਦਾ ਅਰਥ ਹੈ ਪਛੜੇ ਹੋਏ, ਜਿੱਥੋਂ ਅਸੀਂ ਲੰਘ ਕੇ ਆਏ ਹਾਂ, ਉਹ ਜਿਹੜਾ ਪਿੱਛੇ ਜੀਵਨ ਰਹਿ ਗਿਆ। ਕਈ ਫਿਰ ਪਛੜ ਜਾਂਦੇ ਨੇ। ਕੁੱਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਣ ਹੈ, ਤੁਲਖਲ ਹੈ। ਉਹ ਜੀਵਨ ਕੁੱਕਰ ਵਰਗਾ ਹੈ, ਸੂਕਰ ਵਰਗਾ ਹੈ। ਬੇਸਮਝੀ ਦਾ ਜੀਵਨ ਖੋਤੇ ਵਰਗਾ ਹੈ, ਮੂਰਖਤਾ ਨਾਲ ਭਰਿਆ ਹੋਇਆ। ਪਿੱਛੇ ਵੀ ਮੁੜ ਗਏ। ਸੋ ਇਹ ਜੀਵਨ ਇਸੇ ਤਰ੍ਹਾਂ ਦਾ ਹੈ। ਤਾਂ ਕਰਕੇ ਗੁਰਦੇਵ ਸਾਨੂੰ ਸਮਝਾਉਂਦੇ ਨੇ। ਤੇ ਹੋਰ ਤੁਸੀਂ ਵੇਖਿਓ, ਕੋਈ ਮਨੁੱਖ ਕਿਸੇ ਸਾਈਨ ਬੋਰਡ ਨੂੰ ਫੋਲੋ ਕਰਦਾ ਹੈ। ਮੰਨ ਲਓ ਕਿਸੇ ਨੇ ਏਅਰਪੋਰਟ ਜਾਣਾ ਹੈ, ਉਹ ਸਾਈਨ ਬੋਰਡ ਵੇਖਿਆ ਤੇ ਸਾਈਨ ਬੋਰਡ ਨੂੰ ਧਿਆਨ ਵਿੱਚ ਰੱਖਦੇ ਰੱਖਦੇ ਏਅਰਪੋਰਟ ਪਹੁੰਚ ਜਾਂਦਾ। ਕਿਸੇ ਨੇ ਹੌਸਪੀਟਲ ਦੇ ਸਾਈਨ ਬੋਰਡ ਨੂੰ ਫੋਲੋ ਕੀਤਾ ਤੇ ਕਰਦਿਆਂ ਕਰਦਿਆਂ ਹੌਸਪੀਟਲ ਪਹੁੰਚ ਜਾਂਦਾ ਹੈ। ਤੇ ਜਿਹੜਾ ਸ਼ਬਦ ਨੂੰ ਫੋਲੋ ਕਰਦਾ ਹੈ, ਕਰਦਾ ਕਰਦਾ ਆਪਣੇ ਅਸਲੇ ਵਿੱਚ ਭੇਦ ਹੋ ਜਾਂਦਾ ਹੈ। ਇਹ ਗੁਰੂ ਕਾ ਸ਼ਬਦ, ਜਿੰਨੇ ਵੀ ਬਾਣੀ ਨੂੰ, ਗੁਰਦੇਵ ਨੂੰ ਸਤ ਕਰਕੇ ਜਾਣਿਆ, ਤਾਂ ਹੀ ਸਾਹਿਬ ਜੀ ਕਹਿੰਦੇ, ਭਾਈ ਗਾਇਓ, ਪੜ੍ਹਿਓ, ਸੁਣਿਓ, ਮੁਬਾਰਕ ਹੈ। ਗੁਰੂ ਕੇ ਬਚਨਾਂ ਨੂੰ ਸਤ ਕਰਕੇ ਜ਼ਰੂਰ ਜਾਣ ਲਿਓ ਪੂਰਨ ਤੌਰ 'ਤੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਫਿਰ ਸਭ ਥਾਵਾਂ ਤੋਂ ਤੁਹਾਨੂੰ ਰੱਬ ਦੀ ਕਥਾ ਨਿਰਾਲੀ ਮਿਲ ਹੀ ਜਾਣੀ ਹੈ। ਇੱਕ ਫੁੱਲ ਵੀ ਉਹਦੀ ਬਾਤ ਪਾਉਂਦਾ ਮਿਲ ਜਾਏਗਾ, ਇੱਕ ਕੰਡਾ ਵੀ ਉਹਦੀ ਬਾਤ ਪਾਉਂਦਾ ਮਿਲ ਜਾਏਗਾ। ਕੋਈ ਜੀਵਨ 'ਚ ਦੁੱਖ ਆਇਆ, ਉਹ ਵੀ ਰੱਬ ਦੀ ਦਾਤ ਪ੍ਰਤੀਤ ਹੁੰਦਾ ਹੈ। ਸੁੱਖ ਆਇਆ, ਉਹ ਵੀ ਦਾਤ ਪ੍ਰਤੀਤ ਹੁੰਦਾ ਹੈ। ਸੋ ਗੁਰਦੇਵ ਦੇ ਇਹ ਬੋਲ, ਗੁਰਦੇਵ ਦੀ ਬਾਣੀ ਮਨੁੱਖ ਮਾਤਰ ਵਾਸਤੇ ਹੈ। ਤੇ ਸਤਿਗੁਰ ਨੇ ਜੋ ਕਿਰਪਾ ਕੀਤੀ ਹੈ, ਜੋ ਸਾਹਿਬ ਨੇ ਬਚਨ ਵਰਤੇ, ਇੱਕ ਪਾਣੀ ਤੇ ਪਾਣੀ ਦਾ ਬੁਲਬੁਲਾ। ਗੁਰਬਾਣੀ ਨੇ 2 ਰੂਪ ਅਕਾਲ ਪੁਰਖ ਦੇ ਬਿਆਨ ਕੀਤੇ ਨੇ, ਨਿਰਗੁਣ ਤੇ ਸਰਗੁਣ। ਨਿਰਗੁਣ ਆਪ, ਸਰਗੁਣ ਪੀ ਉਹੀ। ਹੁਣ ਬੜੇ ਸੌਖੇ ਜਿਹੇ ਅਰਥ ਜੇ ਕਰਨੇ ਹੋ। ਸਰਗੁਣ ਦਾ ਅਰਥ ਹੈ ਜੋ ਅੱਖਾਂ ਨਾਲ ਦਿਸ ਰਿਹਾ, ਜਿੰਨਾ ਆਕਾਰ ਹੈ। ਨਿਰਗੁਣ ਦਾ ਅਰਥ ਹੈ ਅੱਖਾਂ ਨਾਲ ਨਹੀਂ ਦਿਸ ਰਿਹਾ, ਮਹਿਸੂਸ ਹੋ ਰਿਹਾ, ਕਹਿ ਲਈਏ। ਜਿਵੇਂ ਆਤਮਾ ਹੈ, ਇੱਕ ਸਰੀਰ ਸਰਗੁਣ ਹੈ, ਆਤਮਾ ਨਿਰਗੁਣ ਹੈ। ਜਿਵੇਂ ਥਾਲੀ ਵਿੱਚ ਰੋਟੀ ਪਈ ਹੈ, ਰੋਟੀ ਸਰਗੁਣ ਹੈ, ਪਰ ਬੰਦੇ ਨੂੰ ਭੁੱਖ ਲੱਗੀ ਹੋਏ ਤੇ ਭੁੱਖ ਨਿਰਗੁਣ ਹੈ। ਰੋਟੀ ਥਾਲੀ ਦਿਸਦੀ ਹੈ, ਭੁੱਖ ਦਿਸਦੀ ਨਹੀਂ, ਭੁੱਖ ਮਹਿਸੂਸ ਹੁੰਦੀ ਹੈ। ਸੋ ਨਿਰਗੁਣ ਰੂਪ ਜਿਹੜਾ ਅੱਖਾਂ ਨਾਲ ਨਹੀਂ ਦਿਸਦਾ, ਸਰਗੁਣ ਰੂਪ ਜਿੰਨਾ ਇਹ ਪਸਾਰ ਹੈ। 2 ਰੂਪ ਗੁਰਬਾਣੀ ਨੇ ਇਹ ਬਿਆਨ ਕੀਤੇ ਨੇ। ਇੱਕ ਰੂਪ ਹੈ ਜਿਹੜਾ, ਹੁਣ ਸਾਹਿਬ ਨੇ ਕਿਹਾ ਇੱਕ ਜਲ ਹੈ, ਇੱਕ ਬੁੱਧ ਬੁੱਧ ਹੈ। ਇੱਕ ਰੂਪ ਜਿਹੜਾ ਬਣਦਾ ਢਹਿ ਜਾਂਦਾ ਹੈ, ਉਹ ਬਣੇਗਾ, ਉਹ ਢਹੇਗਾ, ਉਹ ਬਦਲ ਜਾਂਦਾ ਹੈ, ਉਹਦੇ 'ਚ ਵਾਧ ਘਾਟ ਹੁੰਦੀ ਰਹਿੰਦੀ ਹੈ। ਤੇ ਇੱਕ ਸਰੂਪ ਹੈ ਜਿਹੜਾ ਬਦਲਦਾ ਨਹੀਂ, ਜਿਹਦੇ 'ਚ ਵਾਧ ਘਾਟ ਨਹੀਂ ਹੁੰਦੀ। ਉਹ ਇੱਕੋ ਹੀ ਹੈ, ਉਹ ਇੱਕ ਓਂਕਾਰ ਹੈ, ਜਿਹੜਾ ਮਾਲਕ ਵਾਹਿਗੁਰੂ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ, ਇਸ ਤਰ੍ਹਾਂ ਸਮਝੋ ਜਿਵੇਂ ਸੂਰਜ ਇੱਕੋ ਹੀ ਹੈ, ਕਿਰਨਾਂ ਕਰੋੜਾਂ ਹੀ ਹੋਣਗੀਆਂ, ਅਰਬਾਂ ਹੀ ਹੋਣਗੀਆਂ, ਰੁੱਤਾਂ ਕਈ ਹੋਣਗੀਆਂ, ਗਰਮੀ ਹੋਏ, ਸਰਦੀ ਹੋਏ, ਪਤਝੜ ਹੋਏ, ਗ੍ਰੀਖਮ ਰਿਤੂ ਹੋਏ,
शरद ऋतु होए, हिमकर ऋतु होए, बाणी ने 6 रुत्तां बयान कीतियां। सूरज एको रुत अनेक, नानक करते के केते वेस। जिन्ने वेस ने वेस की साहब जी कहते जिन्ना सरगुण पसारा वो करते मालिक ने बनाया, पर आप वाहिगुरु काल पुरख निर्गुण है। हाँ दो लगते ने पर है एको ही, ख्याल करियो। जिमें बुलबुला ते पानी, भगत नामदेव जी कहते दो लगते ने, पर दो क्यों लगते ने? हवा करके। है पानी बुलबुला एको ही है। जल ते उठें अनक तरंगा, कनक भूखन कीने बहु रंगा। बीज बीज देखियो बहु प्रकारा, फल पाके ते एकंकार। साढ़े सामने उदाहरण रखियां भगत जी ने। है दो प्रतीत होंदे ने, समदर्शी है ही हो, ब्रह्म ज्ञानी है ही हो, जिस नूं एक दिसण लग पैंदा। बुरा भला कहो किसनों कही है, सगले जी तुम्हारे। कह दिंदा रब दा प्यारा, वो कहण वास्ते नहीं कहता, क्योंकि मालिक दा प्यारा पहलों माणदा है फिर बयान करदा। पहलों माणिया उसने, फिर उस माणे होए आनंद नूं सच नूं बयान भी कर दिता। जिहड़ा समदर्शी एक देखता है, दूसरे नूं दो प्रतीत होंदे ने। जिमें भगत नामदेव जी कहते पानी तो कई तरंगां पैदा होईयां, लहरां, पर लहर नाम आपां रख दीए है तो पानी है ना। नाम एक वखरा पै गया, है वो पानी है। ऐसा तो हो नहीं सकता किसी लहर चों आपां पानी कढ़ लीए तो लहर बच जाती हो, नहीं बचेगी। पानी करके ही ओदी होंदा। किन्ने गहने ने, हुण गहने किन्ने ने, पर सोना इको ही है। तो सियाणा सुनियार है जिहड़ा, आम बंदा भावें गहणियां वल वेख के उलझ जाए, आ वड्डा गहना है, आ छोटा गहना है। सुनियार बंदा है, सुनियारे कोल तुसीं गहना लै जाओ, वो गहने की आकार नूं नहीं वेखेगा, उहदे विच तत्त सोने नूं वेखदा। उहनूं सोना ही दिखाई दिंदा भी इहदे च किन्ना शुद्ध सोना है, वो आकार विच नहीं उलझदा। जिहड़ा तत्दर्शी है वो आकार च नहीं कदे उलझदा। नामदेव जी कहते किन्ने गहने ने, पर सोना एक ही है। बीज एक है, बीज बीज देखियो बहु प्रकारा। बीज नूं बीज के, बीज दे जज्जे नूं सियारियो, आप जी नूं पता है। खैर मैं इस विचार विच ग्रामन नूं तुहाडे सामने व्याकरण नूं नहीं रख रहा, सौखे रूप अंदर आपां गुरुदेव दा बचन ही सानूं समझा दिया। बीज नूं बीज के वेखिए किन्ने पत्ते हो गए, किन्नियां टाहणियां हो गई, किन्नियां शाखावां ने, पर बीज ते कोई ना। फल पाके ते कंकार, ਉਹਦੇ फल विच फिर वो बीज है। इस तरह जिन्ना पसारा उस करते तो पैदा होया, जिन्ने बुलबुले जिन्नियां लहरां पैदा होईयां जल तो, फिर जल विच ही समा जांदियां ने। जल तरंग अर फेन बुध बुधाओ, जल ते भिन्न ना होई। हुण एक पानी तो बुलबुला बन गया, फेन का अर्थ है झग बन गई, लहर बन गई। जल तरंग अर फेन बुध बुधा, एक लहर है, एक झग है, एक बुलबुला है, पर पानी तो वखरे थोड़ा है। जल ते भिन्न ना हुई, पानी तो वखरे नहीं है। इस तरह सतगुरु कहते जिहड़ी ये उत्पत्ति है ना, ये मालिक वाहिगुरु तो वखरी नहीं है। दो प्रकार दीयां उत्पत्तियां होंदियां ने। एक उत्पत्ति है जिथों पैदा हुई है, नाम उहदा वखरा बन गया, पर अपनी मुड़ होंद विच समा जाती है। जिवें सोने तो गहना बन गया, वो कड़ा नाम पै गया, छाप नाम पै गई, पर जदों टुट जाना है फिर सोना रह जाता।
ਇੱਕ ਉਤਪਤੀ ਹੈ, ਜਿਵੇਂ ਦੁੱਧ ਤੋਂ ਘਿਓ ਬਣ ਗਿਆ, ਘਿਓ ਦੁਬਾਰਾ ਦੁੱਧ ਨਹੀਂ ਬਣ ਸਕਦਾ। ਇਹ ਰਚਨਾ ਦੀ ਉਤਪਤੀ ਹੈ, ਇਸ ਤਰ੍ਹਾਂ ਦੀ ਨਹੀਂ ਹੈ ਵੀ ਬਣ ਗਿਆ ਫਿਰ ਉਹਦੇ 'ਚ ਨਹੀਂ ਲੀਨ ਹੋਣਾ। ਇਹ ਵਿਕਾਰ ਉਤਪਤੀ ਨਹੀਂ ਹੈ ਜਿਹਦੇ 'ਚ ਵਿਕਾਰ ਆ ਗਿਆ ਦੁਬਾਰਾ ਨਹੀਂ ਬਣ ਸਕਦੀ। ਇਹ ਸਾਕਾਰ ਉਤਪਤੀ ਹੈ, ਜਿਸ ਆਕਾਰ 'ਚੋਂ ਬਣੀ ਹੈ ਫਿਰ ਵਾਪਸ ਉਹ ਰੂਪ ਧਾਰਨ ਕਰ ਲੈਂਦੀ ਹੈ। ਉਸ ਤਰ੍ਹਾਂ ਦੀ ਉਤਪਤੀ ਗੁਰੂਦੇਵ ਜੀ ਕਹਿੰਦੇ ਹੈ, ਜਿਵੇਂ ਪਾਣੀ ਤੋਂ ਬੁਲਬੁਲਾ ਬਣਿਆ ਫਿਰ ਉਹ ਪਾਣੀ ਵਿੱਚ ਸਮਾ ਜਾਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਧਿਆਨ ਬੁਲਬੁਲੇ ਵੱਲ ਨਾ ਰੱਖੀ, ਧਿਆਨ ਆਕਾਰ ਵੱਲ ਨਾ ਰੱਖੀ, ਦ੍ਰਿਸ਼ਟੀ ਤੇਰੇ ਕੋਲ ਐਸੀ ਹੋਣੀ, ਜਿਹਨੂੰ ਤੱਤ ਬੁੱਧ ਆਪਾਂ ਕਹਿੰਦੇ ਹਾਂ, ਗੁਰੂ ਕੋਲੋਂ ਮਿਲਦੀ ਹੈ। ਤੱਤ ਨੂੰ ਪਛਾਣਨ ਵਾਲੀ, ਜਿਵੇਂ ਗਹਿਣੇ ਦਾ ਤੱਤ ਸੋਨਾ ਹੈ, ਗਹਿਣੇ ਪਾ ਤੇ ਬਹੁਤ ਲੋਕ ਲੈਣਗੇ, ਪਰ ਸੋਨੇ ਤੱਤ ਦੀ ਪਛਾਣ ਕਿਸੇ ਸਿਆਣੇ ਨੂੰ ਹੁੰਦੀ ਹੈ, ਕਿਸੇ ਵਿਰਲੇ ਨੂੰ ਹੁੰਦੀ ਹੈ। ਜੀਵਨ ਹੰਢਾ ਤੇ ਬਹੁਤਿਆਂ ਨੇ ਲਿਆ। ਭਾਈ ਮਰਦਾਨਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ, ਭਾਈ ਮਰਦਾਨਾ ਜੀ ਨੇ, ਸਤਿਗੁਰੂ ਕਿੰਨਾ ਮੋਲਕ ਜੀਵਨ ਹੈ, ਪਛਾਣਦੇ ਕਿਉਂ ਨਹੀਂ? ਗੁਰੂ ਨਾਨਕ ਸਾਹਿਬ ਨੇ ਇੱਕ ਲਾਲ ਦਿੱਤਾ ਸੀ, ਕੀਮਤੀ ਲਾਲ। ਉਹ ਵੇਚਣ ਗਏ ਭਾਈ ਮਰਦਾਨਾ ਜੀ, ਕਿਸੇ ਨੇ ਉਹਦੇ ਬਦਲੇ 'ਚ ਸਬਜ਼ੀ ਦੇਣੀ ਚਾਹੀ, ਕਿਸੇ ਨੇ ਬਸਤਰ ਦੇਣੇ ਚਾਹੇ, ਕਿਸੇ ਨੇ ਮਠਿਆਈ ਦੇਣੀ ਚਾਹੀ। ਹਾਂ, ਸਾਲਸਰਾਏ ਜ਼ੋਹਰੀ ਨੇ ਪਛਾਣ ਲਿਆ। ਉਹਦਾ ਨੌਕਰ ਅਦਰਕਾ ਸਾਲਸਰਾਏ ਜ਼ੋਹਰੀ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਕਿਸੇ ਨੇ ਨਹੀਂ ਪਛਾਣਿਆ। ਗੁਰੂਦੇਵ ਜੀ ਕਹਿੰਦੇ ਇਸੇ ਤਰ੍ਹਾਂ ਲੋਕ ਜੀਵਨ ਹੰਢਾ ਜਾਂਦੇ ਨੇ, ਪਰ ਇਹਦੀ ਪਰਖ ਕਿਸੇ ਵਿਰਲੇ ਨੂੰ ਹੁੰਦੀ ਹੈ। ਕਿੰਨਾ ਕੀਮਤੀ ਹੈ, ਕਿੰਨਾ ਵੱਡਾ ਅਮੋਲਕ ਇਹਦੇ ਵਿੱਚ ਹੀਰਾ ਪਿਆ ਹੋਇਆ। ਕਿੰਨੀਆਂ ਵੱਡੀਆਂ ਦਾਤਾਂ ਵਾਹਿਗੁਰੂ ਨੇ ਪਾਈਆਂ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਹੰਢਾ ਲਿਆ ਬਹੁਤਾਂ ਨੇ, ਪਰ ਤੱਤ ਦੀ ਸਮਝ ਨਹੀਂ ਆਈ, ਕੀਮਤ ਦੀ ਸਮਝ ਨਹੀਂ ਆਈ ਜੀਵਨ ਦੇ ਅੰਦਰ। ਇਹ ਅਕਸਰ ਹੀ ਦੁਖਾਂਤ ਜੀਵਨ ਵਿੱਚ ਵਾਪਰਦਾ ਹੈ। ਅਤੇ ਸਾਡੀਆਂ ਕਈ ਵਾਰ ਕਸਵੱਟੀਆਂ ਵੀ ਨਾ ਖਿਆਲ ਕਰਿਓ, ਉਸ ਬਾਹਰੀ ਸੰਸਾਰੀ ਹੁੰਦੀਆਂ। ਰੱਬ ਦੇ ਧਰਮ ਦੇ ਜਗਤ ਵਿੱਚ ਵੀ ਗੱਲਾਂ ਬਹੁਤੀਆਂ ਸੰਸਾਰੀ ਨੇ, ਮਾਫ ਕਰਨਾ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਮਾਇਆ ਡਰ ਡਰ ਹਾਰ ਗੁਰਦੁਆਰੇ ਜਾਵੇ, ਤਾਹੋਂ ਜੋ ਮਾਇਆ ਵਿਆਪੇ ਕਹੋ ਕਤ ਡਰਾਈ। ਉਹਦਾ ਅਰਥ ਇਹ ਸੀ ਵੀ ਗੁਰੂ ਕੋਲ ਸਾਡੇ ਕੋਲ ਆਏ ਆ, ਸਾਡੀ ਮੱਤ ਥੋੜ੍ਹੀ ਜਿਹੀ ਸੂਖਸ਼ਮ ਹੋਏ ਅਤੇ ਸੰਸਾਰ ਵਾਲੀਆਂ ਕਸਵੱਟੀਆਂ ਆਪਾਂ ਨਹੀਂ ਲਾ ਸਕਦੇ। ਉਹ ਕੋਈ ਸੱਜਣ ਮਿੱਤਰਤਾਈ ਬਣ ਗਈ, ਵੈਸੇ ਹੈ ਤੇ ਬੜੀ ਔਖੀ ਹੈ, ਕੋਈ ਅਮੀਰ ਤੇ ਗਰੀਬ ਮਿੱਤਰ ਬਣ ਜਾਣ, ਚਲੋ ਬਣ ਗਏ। ਇੱਕ ਮਾਲੀ ਸੀ ਗਰੀਬੜਾ ਜਿਹਾ, ਇੱਕ ਸੁਨਿਆਰਾ ਸੀ ਬਹੁਤ। ਮਾਲੀ ਅਕਸਰ ਸੁਨਿਆਰੇ ਕੋਲ ਜਾਂਦਾ, ਉਹਦੀ ਦੁਕਾਨ 'ਤੇ ਬੈਠਦਾ ਹੈ, ਉਹ ਕਸਵੱਟੀ ਲਾਉਂਦਾ, ਸੋਨੇ ਨੂੰ ਪਰਖਦਾ। ਅੱਜ ਸਮਾਂ ਬਣਿਆ, ਅੱਜ ਸੁਨਿਆਰਾ ਮਾਲੀ ਦੀ ਬਗੀਚੀ ਚਲਾ ਗਿਆ ਅਤੇ ਮਾਲੀ ਉਹਨੂੰ ਦੱਸਦਾ ਹੈ, ਆਹ ਫੁੱਲ ਆਹ ਹੈ, ਆਹ ਸੁੱਚਾ ਗੁਲਾਬ ਹੈ। ਅਤੇ ਉਸ ਨੇ ਆਪਣੀ ਜੇਬ 'ਚੋਂ ਕਸਵੱਟੀ ਕੱਢੀ, ਉਹ ਫੁੱਲ ਨੂੰ ਰਗੜ ਕੇ ਵੇਖਣਾ ਲੱਗ ਪਿਆ। ਮਾਲੀ ਕਹਿੰਦਾ, ਕੀ ਕਰਦੇ ਹੋ? ਕਹਿੰਦਾ ਗਾ ਵੇਖ ਰਿਹਾ ਵੀ ਸੁੱਚਾ ਹੈ ਕਿ ਨਹੀਂ ਹੈ। ਮਾਲੀ ਕਹਿਣ ਲੱਗਾ, ਸੱਜਣਾ ਦੋਸਤੀ ਆਪਣੀ ਪੱਕੀ ਹੈ, ਪਰ ਤੇਰੀ ਹੱਟੀ ਵਾਲੀ ਕਸਵੱਟੀ ਹੁਣ ਮੇਰੀ ਬਗੀਚੀ 'ਚ ਨਹੀਂ ਚੱਲਣੀ। ਉਹ ਕਸਵੱਟੀ ਠੀਕ ਹੈ, ਉੱਥੇ ਚੱਲੀ ਹੈ, ਇੱਥੇ ਨਹੀਂ ਚੱਲਣੀ। ਇੱਥੇ ਸੁੰਘਣ ਵਾਲੀ ਕਸਵੱਟੀ ਚੱਲਣੀ ਹੈ, ਇੱਥੇ ਹੋਰ ਕਸਵੱਟੀ ਹੈ। ਗੁਰੂ ਦੇ ਦਰ 'ਤੇ ਕਸਵੱਟੀ ਹੋਰ ਹੈ, ਅਤੇ ਮੈਂ ਕਹਾਂ ਉਹ ਕਸਵੱਟੀ ਹੁਕਮ ਰਜਾਈ ਦੀ ਵੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ। ਇੱਥੇ ਕਸਵੱਟੀ ਗੁਰੂ ਦੀ ਬਾਣੀ ਦੀ ਹੈ, ਮੇਰੇ ਵਰਗੀ ਦਲੀਲਾਂ ਦੀ ਨਹੀਂ ਹੈ, ਮਾਫ ਕਰਨਾ, ਗੁਰੂ ਦੀ ਬਾਣੀ ਦੀ ਹੈ। ਉਹਦੇ ਅੱਗੇ ਝੂਠਾ ਨਹੀਂ ਟਿਕ ਸਕਦਾ, ਅਤੇ ਝੂਠ ਦੀਆਂ ਕਸਵੱਟੀਆਂ ਦੇ ਨਾਲ ਸੱਚ ਨਹੀਂ ਕਦੇ ਪਰਖਿਆ ਜਾ ਸਕਦਾ। ਸਾਡੀਆਂ ਦਲੀਲਾਂ ਦੇ ਨਾਲ ਰੱਬ ਨਹੀਂ ਅਸੀਂ ਸਿੱਧ ਕਰ ਸਕਦੇ। ਉਹ ਸੰਸਾਰੀ ਹੋਣਗੇ, ਦੁਨੀਆਦਾਰੀ ਹੋਣਗੀਆਂ ਬਹੁਤ ਵਾਰ ਦਲੀਲਾਂ। ਉਹਦੇ ਵਾਸਤੇ ਕਸਵੱਟੀ ਵੱਖਰੀ ਹੈ, ਦਲੀਲ ਵੱਖਰੀ ਹੈ, ਵੇਖਣ ਦਾ ਨਜ਼ਰੀਆ ਵੱਖਰਾ ਹੈ। ਅਤੇ ਰੱਬ ਦੇ ਪਿਆਰੇ ਨੇ ਜਦੋਂ ਇਹ ਵੇਖਿਆ ਪਸਾਰਾ, ਸਮਝਿਆ
ਉਹਨੂੰ ਦੂਜਾ ਪ੍ਰਤੀਤ ਹੀ ਨਹੀਂ ਹੋਇਆ। ਉਹਨੇ ਵੇਖਿਆ ਵੀ ਬੁਲਬੁਲਾ ਵੀ ਪਾਣੀ ਤੋਂ ਬਣਿਆ, ਝੱਗ ਵੀ ਪਾਣੀ ਤੋਂ ਬਣੀ ਹੈ, ਲਹਿਰ ਵੀ ਪਾਣੀ ਤੋਂ ਬਣੀ ਹੈ। ਜਲ ਤਰੰਗ ਅਰ ਫੇਨ ਬੁੱਧ ਬੁਦਾ, ਜਲ ਤੇ ਪਿੰਨਾ ਹੋਈ। ਸਮਝ ਆ ਗਈ ਰੱਬ ਦੀ ਇਸ ਖੇਡ ਦੀ, ਜਿਹਨੂੰ ਸਾਹਿਬ ਨੇ ਵਚਨ ਕੀਤਾ। ਅੱਜ ਬਾਜੀਗਰ ਆਇਆ, ਤਮਾਸ਼ਾ ਵਿਖਾਉਣ ਵਾਲਾ ਆਇਆ, ਆਪਣੇ ਬੈਗ ਝੋਲੇ 'ਚੋਂ ਪੈਸੇ ਕੱਢੇ, ਚੀਜ਼ਾਂ ਕੱਢੀਆਂ, ਮਠਿਆਈਆਂ ਕੱਢੀਆਂ, ਕਈ ਚੀਜ਼ਾਂ ਕੱਢੀਆਂ। ਬਾਜੀਗਰ ਨੇ ਸਾਂਗ ਰਚਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਸਮਿਓ ਥਮਿਓ ਪਾਸਾਰਾ, ਤਬ ਏਕੈ ਏਕੰਕਾਰ। ਬਾਜੀਗਰ ਨੇ ਕਿੰਨੀਆਂ ਬਾਜੀਆਂ ਪਾਈਆਂ ਤੇ ਬਾਜੀ ਸਮੇਟੀ ਗਈ, ਬਾਜੀਗਰ ਇਕੱਲਾ ਹੀ ਰਹਿ ਗਿਆ। ਜਦੋਂ ਉਹਨੇ ਬਾਜੀ ਸਮੇਟ ਲਈ ਨਾ, ਆਪਣਾ ਸਾਂਗ ਖਤਮ ਕਰਤਾ, ਲਾਤਾ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਨੇ ਬਾਜੀ ਪਾਈ ਹੈ, ਇਹ ਸਵਾਂਗ ਰਚਿਆ, ਤੇ ਜਦੋਂ ਸਮੇਟਦਾ ਫਿਰ ਇਕੱਲਾ ਹੀ ਰਹਿ ਜਾਂਦਾ। ਜਬ ਉਦ ਕਰਖ ਕਰਾ ਕਰ ਤਾਰਾ। ਉਦ ਕਰਖ ਦਾ ਅਰਥ ਹੈ ਫੈਲ ਜਾਣਾ, ਵਿਸਥਾਰ ਵਿੱਚ ਆਉਣਾ, ਖਿੱਲਰ ਜਾਣਾ। ਬ੍ਰਹਮ ਦਾ ਅਰਥ ਹੀ ਹੈ ਖਿਲਰਿਆ ਹੋਇਆ। ਪ੍ਰਭ ਦਾ ਅਰਥ ਹੀ ਹੈ ਹਰੇਕ ਥਾਂ ਤੇ ਵਿਆਪਕ ਮੌਜੂਦ। ਤੇ ਜਦੋਂ ਉਦਕਰਖ ਕੀਤਾ, ਪਰਜਾ ਧਰ ਤਬ ਦੇ ਅਪਾਰਾ। ਜਬ ਆਕਰਖ ਕਰਤ ਹੂੰ ਕਬੂ। ਆਕਰਖ ਦਾ ਅਰਥ ਹੈ ਆਕਰਸ਼ਿਤ ਕਰ ਲੈਣਾ। ਆਕਰਸ਼ਣ ਦਾ ਅਰਥ ਹੁੰਦਾ ਹੈ ਖਿੱਚ। ਆਪਾਂ ਕਹਿੰਦੇ ਆਕਰਸ਼ਣ, ਖਿੱਚ ਪੈਦਾ ਕਰਤੀ। ਜਦੋਂ ਸਾਰਿਆਂ ਨੂੰ ਖਿੱਚਿਆ ਤੇ ਇੱਕ ਦਾ ਇੱਕ ਹੀ ਰਹਿ ਗਿਆ, ਸਭ ਕੁਝ ਸਮੇਟੇ ਗਿਆ ਉਸੇ ਵਿੱਚ। ਬਾਜੀਗਰ ਨੇ ਜਿਵੇਂ ਬਾਜੀ ਪਾਈ ਸੀ, ਸਤਿਗੁਰ ਕਹਿੰਦੇ ਬਹੁਤੇ ਬਾਜੀ ਵਿੱਚ ਹੀ ਉਲਝ ਗਏ। ਹੇ ਭਾਈ, ਇਹ ਬਾਜੀ ਬੜੀ ਸੂਖਸ਼ਮ ਹੈ, ਬਹੁਤ ਬਰੀਕ ਹੈ। ਜ਼ਿੰਦਗੀ ਦੀ ਖੇਡ ਵੀ ਇੱਕ ਬੁਲਬੁਲੇ ਵਰਗੀ। ਤੇ ਭਾਈ ਵੀਰ ਸਿੰਘ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਬਰਸਾਤ ਪੈ ਕੇ ਹਟੀ, ਇੱਕ ਤਾਰ ਤੇ ਨਾ ਇੱਕ ਤੁਬਕਾ ਲਟਕ ਰਿਹਾ ਸੀ ਬਰਸਾਤ ਦਾ, ਪਾਣੀ ਦਾ। ਭਾਈ ਸਾਹਿਬ ਜੀ ਕਹਿੰਦੇ ਮੈਂ ਨੀਝ ਲਾ ਕੇ ਵੇਖਿਆ। ਭਾਈ ਵੀਰ ਸਿੰਘ ਜੀ ਕਹਿੰਦੇ ਉਹ ਤੁਬਕੇ ਨੇ ਮੰਨ ਲਓ ਇੱਕ ਗੱਲ ਕਹੀ ਹੋਏ ਵੀ ਬੜੇ ਲੱਖਾਂ ਕਰੋੜਾਂ ਆਕਾਸ਼ ਤੋਂ ਆਏ ਸਾਂ, ਮੈਂ ਇਕੱਲਾ ਹੀ ਰਹਿ ਗਿਆ, ਬਾਕੀ ਕਿੱਥੇ ਗਏ? ਮੈਂ ਨੀਝ ਲਾ ਕੇ ਵੇਖ ਰਿਹਾ, ਕਿੱਥੇ ਗਏ? ਤੇ ਦੱਸਣ ਵਾਲੇ ਨੇ ਕਿਹਾ ਭਾਈ ਜਿੱਥੇ ਉਹ ਚਲੇ ਗਏ ਨੇ ਉੱਥੇ ਤੂੰ ਵੀ ਚਲਾ ਜਾਣਾ। ਜਿੱਥੇ ਉਹ ਸਮਾ ਗਏ ਨੇ, ਉਹਨਾਂ ਦਾ ਵਜੂਦ ਸਮਾ ਗਿਆ ਇੱਕ ਛਿਨ ਵਿੱਚ, ਤੂੰ ਵੀ ਉੱਥੇ ਹੀ ਸਮਾਉਣ ਵਾਲਾ ਹੈ। ਤਾਂ ਹੀ ਸਾਹਿਬ ਜੀ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ। ਸਾਡੇ 'ਚ ਥੋੜ੍ਹਾ ਜਿਹਾ ਵੈਰਾਗ ਆਏ, ਥੋੜ੍ਹੀ ਜਿਹੀ ਸਾਡੀ ਚਿੰਤਾ ਘਟੇ, ਥੋੜ੍ਹੀ ਜਿਹੀ ਸਾਡੀ ਪਕੜ ਘਟੇ, ਥੋੜ੍ਹਾ ਬਹੁਤ ਅਸੀਂ ਸਮਝ ਸਕੀਏ, ਮਾਣ ਸਕੀਏ, ਦੋ ਪਲ ਆਪਣੇ ਵਾਸਤੇ ਵੀ ਕੱਢ ਲਈਏ, ਕਰਤੇ ਦੇ ਸ਼ੁਕਰਾਨੇ 'ਚ ਹੀ ਕੱਢ ਲਈਏ। ਦੁਨੀਆ ਦੀ ਦੌੜ ਤੇ ਖਤਮ ਹੋਣੀ ਨਹੀਂ ਕਦੇ। ਇਹ ਤੇ ਇਸੇ ਤਰ੍ਹਾਂ ਹੀ ਵਰਤਣਾ ਵਰਤਾਰਾ ਨਿਰੰਤਰ, ਜਿੰਨਾ ਚਿਰ ਤੱਕ ਉਹ ਮੇਰੇ ਮਾਲਕ ਵਾਹਿਗੁਰੂ ਦਾ ਹੁਕਮ ਹੈ। ਤੇ ਬਾਬਾ ਨਾਮਦੇਵ ਜੀ ਨੇ, ਤੁਸੀਂ ਸ਼ਬਦ ਸੁਣਦੇ ਹੋ ਬਹੁਤ ਵਾਰ ਹੁਕਮਨਾਮੇ 'ਚ, ਪਹਿਲ ਪੁਰੀਏ ਪੁੰਡਰਕ ਵਣਾ, ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨ। ਇਹੀ ਸਾਹਿਬ ਨੇ ਕਿਹਾ ਪਹਿਲ ਪੁਰੀਏ, ਸਭ ਤੋਂ ਪਹਿਲੋਂ ਆਪ ਸੀ ਮਾਲਕ, ਫਿਰ ਉਸਨੇ ਸੋਹਣੇ ਕੌਲ ਫੁੱਲ ਆ ਜੀ ਜੰਤ ਪੈਦਾ ਕੀਤੇ, ਆਪ ਵਿੱਚ ਵਰਤਿਆ। ਤੇ ਜਿਵੇਂ ਕ੍ਰਿਸ਼ਨ ਖੇਡ ਖੇਡਦਾ ਸੀ, ਇਸੇ ਤਰ੍ਹਾਂ ਮਾਲਕ ਨੇ ਵਿੱਚ ਵਰਤ ਕੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ। ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ। ਪਹਿਲੋਂ ਵਾਹਿਗੁਰੂ ਪੁਰਸ਼ ਵਿਆਪਕ ਆਪ ਹੀ ਆਪ। ਅਥੋਨ ਬਾਅਦ ਵਿੱਚ ਅਕਾਲ ਪੁਰਖ ਨੇ ਆ ਪੁਰਸਾ ਦਮਰਾ ਮਾਇਆ ਪੈਦਾ ਕਰ ਦਿੱਤੀ, ਦੋਈ ਕੁਦਰਤ ਸਾਜੀਏ ਸਾਜ ਦਿੱਤੀ। ਅਸ ਕਾ ਅਸ ਉਸ ਕਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰ। ਗੁਰਦੇਵ ਜੀ ਕਹਿੰਦੇ ਮੈਂ ਭਗਤ ਨਾਮਦੇਵ ਜੀ ਦੇ ਰਸਨਾ ਤੋਂ ਬੋਲਨੇ, ਮੈਂ ਦੋ ਨਹੀਂ ਕਹਿ ਰਿਹਾ ਸਾਹਿਬ ਜੀ, ਕਹਿੰਦੇ ਮੈਂ ਇੱਕੋ ਹੀ ਗੱਲ ਕਹਿ ਰਿਹਾ। ਅਸਗਾ ਉਸਗਾ, ਆਹ ਸੰਸਾਰ ਮਾਲਕ ਦਾ ਤੇ ਮਾਲਕ ਇਹਦੇ ਵਿੱਚ ਵਿਆਪਕ ਹੈ। ਅਸਗਾ ਇਹ ਉਹਦਾ ਹੈ ਸਭ, ਉਸਗਾ ਆ ਜਿੰਨਾ ਪਸਾਰ। ਹਰ ਕਾ ਬਾਗਰਾ, ਰੱਬ ਦਾ ਇਹ ਬਾਗ ਹੈ। ਨਾਚੈ ਪਿੰਦੀ ਮੈਂ ਸਾਗਰ। ਜਿਵੇਂ ਖੂਹ ਦੀਆਂ ਟਿੰਡਾਂ ਹੁੰਦੀਆਂ ਨੇ ਨਾ, ਇੱਕ ਮਾਲ 'ਚ ਬੱਧੀਆਂ ਹੋਈਆਂ,
ਉਹ ਇੱਕ ਭਰਦੀ ਹੈ, ਇੱਕ ਸੱਖਣੀ ਹੁੰਦੀ ਹੈ, ਇੱਕ ਭਰ ਕੇ ਆਉਂਦੀ ਹੈ, ਖਾਲੀ ਹੋ ਜਾਂਦੀ। ਬਸ ਇਸੇ ਤਰ੍ਹਾਂ ਜੀਵ ਆ ਰਹੇ ਨੇ, ਜਾ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ। ਬੁਲਬੁਲੇ ਬਣ ਰਹੇ ਨੇ, ਟੁੱਟ ਰਹੇ ਨੇ, ਬਣ ਰਹੇ ਨੇ, ਟੁੱਟ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਗਤ ਦੀ ਰਚਨਾ ਹੈ। ਪਰ ਸਾਹਿਬ ਜੀ ਕਹਿ ਰਹੇ ਨੇ, ਸਮਝਾ ਰਹੇ ਨੇ ਸਾਨੂੰ ਬੜੇ ਪਿਆਰ ਨਾਲ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ ਨਿਤ। ਬੁਲਬੁਲੇ ਦਾ ਸੁਭਾਅ ਹੀ ਹੈ ਟੁੱਟਣਾ, ਆਕਾਰ ਦਾ ਸੁਭਾਅ ਹੀ ਹੈ ਬਦਲ ਜਾਣਾ, ਮਾਇਆ ਦਾ ਵੀ ਸੁਭਾਅ ਹੈ ਬਦਲ ਜਾਣਾ। ਭਾਵੇਂ ਆਪਾਂ ਕਹਿੰਦੇ ਇੱਕੋ ਜਿਹੀ ਰਹੇ, ਨਹੀਂ, ਪਦਾਰਥ ਦਾ ਟੇਸਟ ਇੱਕੋ ਜਿਹਾ ਨਹੀਂ ਰਹਿੰਦਾ। ਜਦੋਂ ਕੋਈ ਚੀਜ਼ ਨਹੀਂ ਹੁੰਦੀ ਉਹਦਾ ਰਸ ਹੋਰ ਹੁੰਦਾ ਹੈ, ਜਦੋਂ ਮਿਲ ਜਾਂਦੀ ਹੈ। ਕਾਰ ਨਹੀਂ ਸੀ, ਉਹ ਲੋਕਾਂ ਦੀਆਂ ਵਹਿਨੇ ਸਾਂ ਵੀ ਉਹ ਵੀ ਚਲੇਗੀ, ਉਹ ਵੀ ਚਲੇਗੀ, ਆਪਣੀ ਆ ਗਈ ਚਾਬੀ ਹੱਥ ਵਿੱਚ ਤੇ ਉਹ ਬੇਰਸੀ ਹੋ ਗਈ, ਬੇਰਸੀ ਹੋ ਗਈ। ਬਦਲਦਾ ਹੈ ਪਦਾਰਥ, ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਆਕਾਰ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਮਨੁੱਖ ਦਾ ਸੁਭਾਅ ਵੀ ਇੱਕੋ ਜਿਹਾ ਨਹੀਂ ਰਹਿੰਦਾ। ਸਿਆਣੇ ਕਹਿੰਦੇ ਨੇ ਬਦਲਦਾ ਹੈ। ਪਹਿਲੋਂ ਬੱਚਾ 7 ਦਿਨਾਂ 'ਚ ਬਦਲਦਾ ਹੈ, ਫਿਰ 7 ਮਹੀਨਿਆਂ 'ਚ ਬਦਲਦਾ ਹੈ, ਫਿਰ 7 ਸਾਲਾਂ 'ਚ ਬਦਲ ਜਾਂਦਾ ਹੈ, ਫਿਰ 14 ਸਾਲ, ਇਸੇ ਤਰ੍ਹਾਂ ਬਦਲਦਿਆਂ ਹੁੰਦਾ ਰਿਹਾ, ਬਦਲਦਾ ਰਿਹਾ ਸਮੇਂ ਨਾਲ, ਨਿਰੰਤਰ ਬਦਲਦਾ ਗਿਆ। ਸਰੀਰ ਵੀ ਬਦਲ ਗਿਆ, ਸੁਭਾਅ ਵੀ ਬਦਲ ਜਾਂਦਾ ਹੈ ਸਾਜਾਂ ਨੇ, ਸਹਿਜੇ ਸਹਿਜੇ। ਇਸ ਵਾਸਤੇ ਸਾਹਿਬ ਜੀ ਕਹਿੰਦੇ ਇਹ ਨੀਤ, ਇਹਦੇ ਨਾਲ ਅਕਾਲ ਪੁਰਖ ਨੇ ਹੁਕਮ ਜੋੜਿਆ। ਜਿੱਥੇ ਆਕਾਰ ਆ ਗਿਆ ਨਾਲ ਹੀ ਉੱਥੇ ਕਾਲ ਆ ਗਿਆ। ਤੇ ਬੁਲਬੁਲਾ ਹੈ ਤੇ ਆਕਾਰ ਹੀ ਇੱਕ, ਤੇ ਨਾਲ ਹੀ ਬਿਨਸ ਜਾਂਦਾ ਹੈ, ਦੇਰ ਨਹੀਂ ਲੱਗਦੀ। ਸਾਹਿਬ ਜੀ ਕਹਿੰਦੇ ਹੁਣ ਕੀ ਕੀਤਾ ਜਾਏ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੇ ਮੀਤ, ਇਸ ਸੰਸਾਰ ਦੀ ਰਚਨਾ ਇਸੇ ਤਰ੍ਹਾਂ ਰਚੀ ਹੋਈ ਹੈ। ਵੇਖੀ ਹੇ ਮੀਤ, ਹੇ ਮਿੱਤਰ, ਕਦੇ ਇਸ ਤਮਾਸ਼ੇ 'ਚ ਨਾ ਉਲਝ ਜਾਏ। ਮਾਲਕ ਨੇ ਤਮਾਸ਼ਾ ਬਣਾਇਆ, ਰਚਨਾ ਰਚੀ, ਇਹਦੇ 'ਚ ਨਾ ਤੂੰ ਉਲਝੀ। ਜਿਸ ਨੇ ਰਚਨਾ ਰਚੀ ਅਕਾਲ ਪੁਰਖ ਨੇ, ਤੂੰ ਸਦਾ ਐਸੇ ਮਾਲਕ ਨਾਲ ਜੁੜਨਾ ਕਰੀ। ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਦਰ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੀਂ ਜਮ ਫੰਦ। ਜਿਹੜਾ ਪ੍ਰਾਣੀ ਮਾਇਆ ਵਿੱਚ ਅੰਨਾ ਹੋ ਗਿਆ, ਜਿਹਨੂੰ ਦੇਸੀ ਨਹੀਂ ਰਿਹਾ ਜਾਂ ਜਿਹਨੂੰ ਸੋਹਣੀ ਨਹੀਂ ਰਿਹਾ, ਮਾਇਆ ਧਾਰੀ ਅਤ ਅੰਨਾ ਬੋਲਾ। ਤੇ ਮਾਇਆ ਧਾਰੀ ਦਾ ਅਰਥ ਇਹ ਨਹੀਂ ਵੀ ਜਿਹਦੀ ਕੋਠੀ ਹੈ ਕਨਾਲ ਦੀ, ਮਾਫ ਕਰਨਾ। ਮਾਇਆ ਧਾਰੀ ਕੋਈ ਰਿਕਸ਼ੇ ਵਾਲਾ ਵੀ ਹੋ ਸਕਦਾ, ਮਾਇਆ ਧਾਰੀ ਮੇਰੇ ਵਰਗਾ ਕਥਾ ਵਾਲਾ ਵੀ ਹੋ ਸਕਦਾ, ਮਾਇਆ ਧਾਰੀ ਕੋਈ ਕੋਠੀ ਵਾਲਾ ਵੀ ਹੋ ਸਕਦਾ ਹੈ, ਮਾਇਆ ਧਾਰੀ ਕੋਈ ਝੁੱਗੀ ਵਾਲਾ ਵੀ ਹੋ ਸਕਦਾ। ਤੇ ਹੋ ਸਕਦਾ ਹੈ ਰੱਬ ਨਾਲ ਜੁੜਿਆ ਹੋਇਆ ਕੋਈ ਮਹਿਲ ਵਾਲਾ ਵੀ, ਜਿਵੇਂ ਜਨਕ ਰਾਜਾ ਸੀ। ਉਹ ਜਨਕ ਰਾਜੇ ਕੋਲ ਕੋਈ ਆਇਆ ਤਿਆਗੀ ਬਣ ਕੇ, ਡੰਗੋਰੀ ਰੱਖੀ ਹੈ, ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਰੱਖ ਦਿਓ ਉੱਥੇ। ਤੇ ਦੱਸਣਾ ਚਾਹੁੰਦਾ ਸੀ ਮੈਂ ਤਿਆਗੀ ਜਾਂਦਾ। ਰਾਜੇ ਜਨਕ ਨੇ ਵੇਖ ਲਿਆ, ਚਲੋ ਆਪਣੇ ਮਹਿਲਾਂ 'ਚ ਲੈ ਗਿਆ ਤੇ ਸਮਝਾਇਆ ਸੀ ਵਜ਼ੀਰ ਨੂੰ, ਆ ਕੇ ਖਬਰ ਦਿੱਤੀ ਮਹਾਰਾਜ ਡਿਉੜੀ ਨੂੰ ਅੱਗ ਲੱਗ ਗਈ ਹੈ ਤੇ ਅੱਗ ਇੱਧਰ ਨੂੰ ਆ ਰਹੀ, ਛੇਤੀ ਛੇਤੀ ਤਿਆਗੀ ਭੱਜ ਤੁਰਿਆ। ਜਨਕ ਕਹਿੰਦਾ ਕਿੱਥੇ ਜਾ ਰਹੇ ਹੈ? ਕਹਿਣ ਲੱਗਾ ਮੈਂ ਆਪਣੀ ਪੋਟਲੀ ਚੁੱਕਣ ਜਾ ਰਿਹਾ। ਇੱਕ ਪਾਸੇ ਰਾਜਾ ਹੈ, ਤਖ਼ਤ ਤੇ ਬੈਠਾ ਤਾਂ ਵੀ ਮਾਇਆ ਦੇ ਵਿੱਚੋਂ ਨਿਰਲੇਪ ਹੈ। ਇੱਕ ਪਾਸੇ ਕਹਿੰਦਾ ਮੈਂ ਸਭ ਕੁਝ ਛੱਡਿਆ, ਉਹ ਇੱਕ ਪੋਟਲੀ ਵਿੱਚ ਉਲਝਿਆ ਹੋਇਆ। ਸੋ ਮਾਇਆ ਧਾਰੀ ਜਿਹਦੇ ਅੰਦਰ ਚਿਤਵਨੀ ਸਦਾ ਪਲੱਸ ਮਾਈਨਸ ਲੱਗਾ ਹੋਇਆ, ਸਦਾ ਦਿਨ ਰਾਤ ਸੌਂਦਿਆਂ ਜਾਗਦਿਆਂ ਇੱਕੋ ਹੀ ਗੱਲ ਆ ਰਹੀ ਹੈ, ਕਾਰੋਬਾਰ ਦੀ, ਕਿਰਤ ਦੀ, ਧਨ ਦੀ, ਧੰਦੇ ਦੀ। ਤੇ ਉਹ ਬੜਾ ਮੁਸ਼ਕਿਲ ਬਦਲਦਾ ਹੈ। ਤੇ ਇੱਕ ਬੰਦਾ ਲਾਹੌਰ ਦਾ ਸੁਣਾਉਣਾ ਚਾਹੁੰਦਾ ਹੈ ਲੋਕਾਂ ਨੂੰ, ਮਾਇਆ ਧਾਰੀ ਚਾਹੁੰਦਾ ਹੈ ਵੀ ਮੇਰਾ ਪ੍ਰਭਾਵ ਪਏ। ਤੇ ਇੱਕ ਹੁੰਦੀ ਹੈ ਮਾਇਆ, ਅਕਸਰ ਜ਼ਿਆਦਾਤਰ ਮਾਇਆ ਅਸੀਂ ਤਾਂ ਮਾਇਆ ਦੇ ਪਿੱਛੇ ਭੱਜਦੇ ਹਾਂ ਦੂਜੇ ਨੂੰ ਵਿਖਾਉਣ ਵਾਸਤੇ। ਕਾਰ ਵੱਡੀ ਤਾਂ ਲਈ ਸੀ, ਜ਼ਰੂਰਤ ਨਹੀਂ ਸੀ ਦੂਜਿਆਂ ਨੂੰ ਵੀ ਪਤਾ ਲੱਗ ਜਾਏ, ਗੁਆਂਢੀਆਂ ਰਿਸ਼ਤੇਦਾਰਾਂ ਨੂੰ।
ਬੱਚੇ ਬੱਚੀ ਦਾ ਵਿਆਹ ਕਰਜ਼ਾ ਚੁੱਕ ਕੇ ਤਾਂ ਕੀਤਾ ਸੀ, ਲੋੜ ਨਹੀਂ ਸੀ ਦੂਜਿਆਂ ਨੂੰ। ਇੱਕ ਹੁੰਦੀ ਹੈ ਮਾਇਆ ਵਰਤਣ ਵਾਸਤੇ, ਇੱਕ ਹੁੰਦੀ ਹੈ ਵਿਖਾਉਣ ਵਾਸਤੇ। ਕਈਆਂ ਨੇ ਜੀਵਨ ਵਿਖਾਉਣ ਵਾਸਤੇ ਬਣਾਇਆ, ਸਾਰੀ ਜ਼ਿੰਦਗੀ ਕਰਦੇ ਰਹੇ ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ, ਕਿਉਂਕਿ ਅੰਨੇ ਹੋ ਗਏ। ਇੱਕ ਸ਼ੀਸ਼ ਮਹਿਲ ਵਿੱਚ ਮਾਫ ਕਰਨਾ, ਇੱਕ ਕੁੱਤਾ ਵੜ ਜਾਏ ਉਹ ਲਹੂ ਲਵਾਣ ਹੋ ਜਾਏਗਾ, ਇੱਧਰ ਭੌਂਕੇਗਾ, ਇੱਧਰ ਭੌਂਕੇਗਾ, ਇੱਧਰ ਭੌਂਕੇਗਾ। ਤੇ ਜੇ ਇੱਕ ਮਨੁੱਖ ਵੜ ਜਾਏ ਉਹ ਸ਼ੀਸ਼ੇ 'ਚੋਂ ਆਪਣੇ ਆਪ ਨੂੰ ਸਵਾਰ ਲਏ। ਇਹ ਸੰਸਾਰ ਇਸੇ ਤਰ੍ਹਾਂ ਹੈ, ਜਿੱਥੇ ਲੋਭ ਹੈ, ਲਾਲਚ ਹੈ, ਉਹ ਫਿਰ ਲਹੂ ਲਵਾਣ ਹੈ ਜੀਵਨ। ਤੇ ਗੁਰੂ ਨਾਨਕ ਸਾਹਿਬ ਜੀ ਅੱਜ ਵੜ ਗਏ ਉਸ ਦੀ ਹਵੇਲੀ ਅੰਦਰ। ਤੇ ਬਹੁਤਾ ਉਹਨੂੰ ਤਾਂ ਕਰਕੇ ਉਹ ਲੋਕ ਚੰਗੇ ਲੱਗਦੇ ਸੀ, ਜਿਹੜੇ ਵੀ ਆਉਂਦੇ ਸੀ ਆ ਕੇ ਕਹਿੰਦੇ ਸੀ ਬੜਾ ਵੱਡਾ ਤੂੰ ਦਾਨੀ ਹੈ, ਬਹੁਤ ਵੱਡਾ ਭੰਡਾਰਾ ਕਰਦਾ, ਬਹੁਤ ਵੱਡੀ ਤੂੰ ਸੇਵਾ ਕਰਦਾ। ਪਰ ਗੁਰੂ ਨਾਨਕ ਤੇ ਐਸਾ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਥੋੜ੍ਹਾ ਖੁਸ਼ ਕਰਨਾ ਕਿਸੇ ਨੂੰ ਜਾਣ ਕੇ। ਗੁਰੂ ਨਾਨਕ ਸਤਿਗੁਰ ਉੱਥੇ ਗਏ, ਸਾਹਿਬ ਜੀ ਕਹਿੰਦੇ ਹੁਣ ਮੇਰੀ ਸੁਣ ਤੂੰ। ਆ ਜਿੰਨੇ ਇਕੱਠੇ ਕੀਤੇ ਨੇ ਪ੍ਰਸ਼ਾਦਾ ਛਕਾ ਕੇ ਬ੍ਰਹਮ ਭੋਜ ਕਰਦਾ, ਸਾਰੇ ਵਾਹ ਵਾਹ ਕਰਦੇ ਨੇ, ਤੂੰ ਸੁਣਦਾ ਖੁਸ਼ ਹੁੰਦਾ, ਪਰ ਮੇਰੀ ਸੁਣ। ਆ ਜਿਹੜਾ ਥਾਲ 'ਚ ਭੋਜਨ ਪਰੋਸਿਆ ਇਹ ਤੇ ਖੂਨ ਦੇ ਨਾਲ ਭਰਿਆ ਹੋਇਆ, ਤੇਰੀਆਂ ਪੂਰੀਆਂ 'ਚੋਂ ਖੂਨ ਨੁੱਚੜਦਾ ਹੈ, ਤੂੰ ਗਰੀਬਾਂ ਦਾ ਹੱਕ ਖੋਨਾ ਹੈ। ਮਲਕ ਭਾਗੋ ਤੂੰ ਦਾਨੀ ਨਹੀਂ ਹੋ ਸਕਦਾ। ਹੁਣ ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਮਾਇਆ ਧਾਰੀ ਸੁਣਨਾ ਨਹੀਂ ਚਾਹੁੰਦਾ, ਮਾਇਆ ਧਾਰੀ ਨੂੰ ਸਮਝ ਵੀ ਨਹੀਂ ਆਉਂਦੀ, ਬੰਦ ਕੀਤੇ। ਪਰ ਗੁਰੂ ਸੁਣਾਉਂਦਾ। ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਐ ਮਲਕ ਭਾਗੋ ਤੈਨੂੰ ਮਾਇਆ ਨੇ ਅੰਨਾ ਕਰਤਾ, ਤੇ ਤੇਰੇ ਨਾਲੋਂ ਭਾਈ ਲਾਲੋ ਜੀ 1000 ਗੁਣਾ ਚੰਗੇ ਨੇ। ਉਹਦੀ ਝੁੱਗੀ ਮੁਬਾਰਕ ਹੈ। ਤੇ ਮੈਂ ਤੇ ਅਕਸਰ ਕਿਹਾ ਕਰਦਾ ਵੀ ਥਾਲੀ 'ਚ ਰੋਟੀ ਪਾ ਕੇ ਆਪਾਂ ਵੇਖੀਏ ਵੀ ਕੀ ਸਤਿਗੁਰ ਸਾਡਾ ਪ੍ਰਸ਼ਾਦਾ ਛਕ ਲਏਗਾ। ਸਭ ਵੇਖੀਏ, ਭਾਈ ਲਾਲੋ ਜੀ ਦਾ ਪ੍ਰਸ਼ਾਦਾ ਛਕਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮਲਕ ਭਾਗੋ ਦਾ ਨਹੀਂ ਛਕਿਆ। ਹੁਣ ਸਾਡਾ ਜਿਹੜਾ ਥਾਲ ਹੈ ਇਹ ਕਿਹੜੇ ਥਾਲ ਨਾਲ ਰਲਦਾ ਹੈ? ਧੰਨ ਗੁਰੂ ਨਾਨਕ ਸਤਿਗੁਰੂ ਸਾਡਾ ਪ੍ਰਸ਼ਾਦਾ ਛਕ ਲਏਗਾ ਜੇ ਅੰਦਰੋਂ ਆਵਾਜ਼ ਆਉਂਦੀ ਵੀ ਹਾਂ ਮੁਬਾਰਕ ਹੈ, ਫਿਰ ਮੁਬਾਰਕ ਹੈ ਸਾਡੀ ਕਿਰਤ। ਨਹੀਂ ਤੇ ਮਲਕ ਭਾਗੋ ਵਰਗੇ ਥਾਲ ਗੁਰੂ ਨਾਨਕ ਨਹੀਂ ਪਸੰਦ ਕਰਦਾ, ਜਿੱਥੇ ਇਕੱਲੇ ਮਾਇਆ ਦਾ ਹੀ ਅੰਧ ਤੰਦ ਹੋਏ, ਉਹਦੇ 'ਚ ਹੀ ਅੰਨਾ ਹੋ ਕੇ ਮਨੁੱਖ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮਸਾ ਅਗਨ ਮੈਂ ਸਾੜੀ। ਤੇ ਗੁਰੂ ਦਾ ਸੁਭਾਅ ਇਹ ਹੈ। ਪਰਿਵਾਰ ਨੂੰ ਵੇਖਿਓ, ਮਿੱਤਰਾਂ ਨੂੰ ਵੇਖਿਓ, ਉਹ ਵਹਿੰਦੇ ਨੇ ਜੇਬ 'ਚ ਪੈਸਾ ਕਿੰਨਾ ਆਇਆ, ਵਹਿੰਦੇ ਨੇ ਮਿੱਤਰ, ਵਹਿੰਦੇ ਨੇ ਜੇਬ 'ਚ ਪੈਸਾ ਕਿੰਨਾ। ਪਰਿਵਾਰ ਵਹਿੰਦਾ ਘਰ 'ਚ ਕਿੰਨਾ ਲਿਆਇਆ। ਗੁਰੂ ਨਾਨਕ ਵਹਿੰਦਾ ਕਿੱਥੋਂ ਲਿਆਇਆ ਹੈ, ਇਹ ਨਹੀਂ ਵਹਿੰਦਾ ਕਿੰਨਾ ਲਿਆਇਆ। ਟਕਾ ਵੀ ਪ੍ਰਵਾਨ ਹੈ, ਲੱਖ ਵੀ ਪ੍ਰਵਾਨ ਹੈ। ਗੁਰੂ ਦੇ ਦਰ 'ਤੇ ਜੋ ਵੀ ਹੈ ਮੁਬਾਰਕ ਹੈ, ਕਿਸੇ ਦੀ ਤਿਲ ਫੁੱਲ ਭੇਟਾ ਹੋਏ, ਪਰ ਗੁਰੂ ਜ਼ਰੂਰ ਵੇਖਦਾ ਕਿੱਥੋਂ ਲਿਆਇਆ। ਇਹ ਨਹੀਂ ਵੇਖਦਾ ਕਿੰਨਾ ਲਿਆਇਆ। ਤੇ ਮੁਬਾਰਕ ਹੈ ਜਿੱਥੇ ਗੁਰਦੇਵ ਦੀ ਬੋਧ ਵਿੱਚੋਂ ਪਹਿਲਾਂ ਮੈਂ ਬੇਨਤੀ ਕੀਤੀ ਸੀ, ਧੰਦਾ ਕਰਨਾ ਬਹੁਤ ਸੌਖਾ ਹੈ, ਕਿਰਤ ਕਰਨੀ ਬਹੁਤ ਔਖੀ ਹੈ। ਬਸ ਫਰਕ ਬਹੁਤ ਛੋਟਾ ਜਿਹਾ, ਫਰਕ ਬੜਾ ਛੋਟਾ ਹੈ। ਧੰਦਾ ਕੀ ਹੈ? ਜਿੱਥੇ ਮਾਲਕ ਭੁੱਲਿਆ ਹੋਇਆ। ਕਿਰਤ ਕੀ ਹੈ? ਜਿੱਥੇ ਕਰਤਾ ਯਾਦ, ਜਿੱਥੇ ਕਰਤਾ ਯਾਦ ਆ ਗਿਆ ਫਿਰ ਕਿਰਤ ਹੈ। ਦੁਕਾਨ 'ਚ ਬਹਿ ਕੇ ਵੀ ਕਿਰਤ ਹੈ, ਕਾਰ 'ਚ ਬੈਠੇ ਇੰਡੀਕੇਟਰ ਲੱਗਾ, ਉਹਦੀ ਟਿਕ ਟਿਕ ਦੀ ਆਵਾਜ਼ ਆਈ, ਨਾਲ ਵਾਹਿਗੁਰੂ 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 ਵੀ ਨਿਕਲ ਜਾਂਦਾ, ਤੇਰਾ 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 ਵੀ ਨਿਕਲ ਜਾਂਦਾ, ਉਹ ਕਿਰਤ ਹੈ। ਤੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਪ੍ਰਾਣੀ ਡੋਲਦਾ ਬਹੁਤ ਹੈ, ਜਿਵੇਂ ਕੋਈ ਨਸ਼ੇ ਵਿੱਚ ਡੋਲਦਾ ਹੋਵੇ, ਮਦ ਪੀਤਾ ਹੋਵੇ। ਤੇ ਬੜਿਆਂ ਨੇ ਲਿਖਿਆ ਔਰੰਗਜ਼ੇਬ ਨੇ ਨਸ਼ਾ ਨਹੀਂ ਵਰਤਿਆ, ਸ਼ਰਾਬ ਨਹੀਂ ਸੀ ਪੀਂਦਾ, ਪਰ ਹਾਂ ਜਿਹੜਾ ਮਾਇਆ ਦਾ ਸੱਤਾ ਦਾ ਨਸ਼ਾ ਹੈ ਉਹ ਕਈ ਵਾਰ ਸ਼ਰਾਬ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ, ਉਸ ਤੋਂ ਵੀ ਜ਼ਿਆਦਾ ਨੁਕਸਾਨਦਾਇਕ। ਪ੍ਰਾਨੀ ਕਛੂ ਨਾ ਚੇਤਈ, ਕੁਛ ਵੀ ਨਹੀਂ ਚੇਤਦਾ ਸਮਝਦਾ ਜੀਵਨ ਦੇ ਪ੍ਰਥਾਏ। ਮਦ ਮਾਇਆ ਕੈ ਅੰਧ, ਨਸ਼ੇ ਵਿੱਚ ਜਿੱਥੇ ਮਾਇਆ ਦਾ ਨਸ਼ਾ ਆ ਜਾਏ, ਚੈਲੰਜ ਕਰ ਦਿੰਦਾ ਹੈ,
ਮਾਇਆ ਦਾ ਨਸ਼ਾ ਆਇਆ, ਪਿਰਥੀ ਚੰਦ ਨੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਚੈਲੰਜ ਕਰ ਦਿੱਤਾ। ਮਾਇਆ ਦਾ ਨਸ਼ਾ ਆਇਆ, ਪਿਰਥੀ ਚੰਦ ਮਾਇਆ ਵਰਤ ਰਿਹਾ। ਕਾਹਦੇ ਵਾਸਤੇ? ਵੀ ਮੈਂ ਸੱਚ ਨੂੰ ਖਤਮ ਕਰ ਦੇਣਾ। ਮੈਂ ਕਿਸੇ ਨੂੰ ਪੈਸੇ ਦੇ ਕੇ, ਕੋਈ ਗੱਲ ਨਹੀਂ, ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਹੋ ਗਿਆ ਹਰਗੋਬਿੰਦ, ਕੋਈ ਗੱਲ ਨਹੀਂ, ਮੈਨੂੰ ਫਲਾਣਾ ਬ੍ਰਾਹਮਣ ਜਾਣਦਾ, ਉਹਦੇ ਹੱਥ ਜ਼ਹਿਰ ਖਵਾ ਦੂੰਗਾ। ਫਲਾਣਾ ਸਪੇਰਾ ਜਾਣਦਾ, ਉਹਦੇ ਹੱਥ ਜ਼ਹਿਰ ਖਵਾ ਦੂੰਗਾ। ਧਨ ਵਰਤ ਰਿਹਾ ਪਾਪ ਕਮਾਉਣ ਵਾਸਤੇ। ਧੰਨ ਗੁਰੂ ਅਰਜਨ ਦੇਵ ਜੀ ਵੀ ਧਨ ਵਰਦੇ ਨੇ, ਧਰਮ ਕਮਾ ਲੈਂਦੇ ਨੇ। ਜਿਹਨੂੰ ਸੂਝ ਸਮਝ ਹੈ, ਧਨ ਵਿੱਚੋਂ ਧਰਮ ਕਮਾ ਲਿਆ। ਜਿਹਦੇ ਕੋਲ ਚੇਤਨਤਾ ਨਹੀਂ ਆਈ, ਚੇਤਿਆ ਹੀ ਨਹੀਂ, ਉਹਨੇ ਧਨ ਚੋਂ ਪਾਪ ਕਮਾ ਲਿਆ। ਜਿੱਥੇ ਇਸ ਤਰ੍ਹਾਂ ਫਿਰ ਉਹ ਪ੍ਰਾਣੀ ਡੋਲਦਾ ਹੈ, ਜੀਵਨ 'ਚ ਭਟਕਦਾ ਹੈ, ਜਿਵੇਂ ਕੋਈ ਨਸ਼ੇ ਵਿੱਚ ਡੋਲਦਾ ਹੈ। ਕਹੋ ਨਾਨਕ ਬਿਨ ਹਰ ਭਜਨ, ਮਾਲਕ ਦੇ ਭਜਨ ਤੋਂ ਬਿਨਾਂ, ਇਹਦੇ ਤੋਂ ਬਿਨਾਂ, ਜ਼ੀਰੋਆਂ ਜਿੰਨੂਆਂ ਮਰਜ਼ੀ ਹੋਣ, ਏਕਾ ਲੱਗ ਜਾਏ ਵੈਲਿਊ ਪੈ ਜਾਂਦੀ। ਪਦਾਰਥ ਨੇ ਤੇ ਸਵੇਰੇ ਜਪਜੀ ਸਾਹਿਬ ਨਿਤਨੇਮ ਵੀ ਆ ਗਿਆ, ਸੰਗਤ ਵੀ ਆਈ, ਮੁਬਾਰਕ ਹੈ। ਫਿਰ ਸਿੱਖ ਗਏ ਸੀ ਭੱਜੇ ਕੁਝ। ਜਦੋਂ ਗੁਰੂ ਰਾਮਦਾਸ ਸਾਹਿਬ ਨੇ ਨਗਰ ਵਸਾਇਆ, ਸਾਰੇ ਆਖੋ ਸਤਨਾਮ ਸ਼੍ਰੀ, ਫਿਰ ਆਖੋ ਨਾ ਸਤਨਾਮ ਸ਼੍ਰੀ। ਜਦੋਂ ਨਗਰ ਵਸਾਇਆ ਗੁਰੂ ਰਾਮਦਾਸ ਸਾਹਿਬ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਵਿਕਾਸ ਕਰਾਇਆ। ਕੁਝ ਦੁਕਾਨਦਾਰ, ਬਿਜ਼ਨਸਮੈਨ ਸਤਿਗੁਰੂ ਕੋਲ ਆਏ, ਕਿੰਨੇ ਕਿੱਤਿਆਂ ਵਾਲੇ ਉੱਥੇ ਗੁਰਦੇਵ ਨੇ ਲਿਆ ਕੇ ਵਸਾਏ। ਸਤਿਗੁਰੂ ਦੁਕਾਨਾਂ ਨਹੀਂ ਚੱਲਦੀਆਂ, ਸਤਿਗੁਰੂ ਕੰਮ ਨਹੀਂ ਚੱਲਦਾ। ਅੱਛਾ ਭਾਈ ਕੀ ਕਰਦੇ ਹੋ? ਸਤਿਗੁਰੂ ਸਵੇਰੇ ਉੱਠਦੇ ਹਾਂ, ਘਰੋਂ ਤਿਆਰ ਹੋ ਕੇ ਦੁਕਾਨਾਂ ਦੇ ਬੂਹੇ ਖੋਲ੍ਹ ਕੇ ਤੱਪੜ ਝਾੜ ਕੇ ਬਹਿ ਜਾਂਦੇ, ਸ਼ਾਮ ਤੱਕ ਵੇਹਨੇ, ਕੋਈ ਵਟਕ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਨਹੀਂ ਆਉਣੀ। ਕੀ ਕਰਿਆ ਕਰੀਏ? ਸਾਹਿਬ ਜੀ ਕਹਿੰਦੇ ਸਵੇਰੇ ਉੱਠੋ, ਇਸ਼ਨਾਨ ਕਰੋ, ਜਿਸ ਕਰਤੇ ਨੇ ਦਿੱਤਾ, ਸਾਹਿਬ ਜੀ ਕਹਿੰਦੇ ਉਹਦਾ ਸ਼ੁਕਰਾਨਾ ਕਰੋ। ਗੁਰਦੇਵ ਜੀ ਕਹਿੰਦੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਭਾਈ ਸੰਗਤ ਦੀ ਹਾਜ਼ਰੀ ਲਵਾਇਓ, ਕਰਤੇ ਦਾ ਸ਼ੁਕਰ ਕਰਿਓ, ਫਿਰ ਕਿਰਤ ਵਿੱਚ ਬਰਕਤ ਪਏਗੀ। ਲੱਗੇਗਾ ਬਹੁਤ ਹੈ। ਸਵੇਰੇ ਉੱਠ ਕੇ ਹੀ ਸ਼ੋਅਰੂਮ ਖੋਲ੍ਹ ਲੈ, ਫਿਰ ਤੇ ਡੋਲਣਾ ਹੀ ਹੈ, ਫਿਰ ਤੇ ਚਿੰਤਾ ਆਉਣੀ ਆਉਣੀ ਹੈ ਜੀਵਨ ਅੰਦਰ। ਸਾਹਿਬ ਜੀ ਕਹਿੰਦੇ ਆਸਾ ਕੀ ਵਾਰ ਹੈ, ਸੰਗਤ ਹੈ, ਬਾਣੀ ਹੈ। ਭਾਈ ਸੰਗਤ ਵਿੱਚ ਹਾਜ਼ਰੀ ਲਵਾ ਕੇ ਜਾਇਓ, ਜਾਓ ਬਰਕਤ ਪਏਗੀ। ਅਤੇ ਵਰਤੀ ਵੀ, ਵਰਤਦੀ ਵੀ ਹੈ ਜਿਹਨੂੰ ਇਹ ਗੱਲ ਦਾ ਬੋਧ ਆ ਜਾਂਦਾ। ਅਤੇ ਜਿੱਥੇ ਭਜਨ ਨਹੀਂ, ਭਜਨ ਤੋਂ ਬਿਨਾਂ ਅਕਾਰਥ ਹੈ, ਵਿਅਰਥ ਹੈ। ਬਿਨ ਹਰ ਭਜਨ, ਸਾਹਿਬ ਜੀ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੀਂ ਜਮ ਫੰਦ। ਸਦਾ ਹੀ ਜਮਾਂ ਦੀ ਫਾਈ ਪਈ ਰਹਿੰਦੀ ਹੈ, ਮਾਇਆ ਦੀ ਫਾਈ ਪਈ ਰਹਿੰਦੀ ਹੈ। ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ। ਇਸੇ ਤਰ੍ਹਾਂ ਫਿਰ ਜੀਵਨ ਵਿੱਚ ਉਹ ਡੋਲਣਾ, ਉਹ ਅੰਧ, ਉਹ ਤੰਦ ਵਰਤਦੇ ਰਹਿੰਦੇ ਨੇ। ਜੇ ਮਾਲਕ ਦਾ ਭਜਨ ਨਹੀਂ ਤੇ ਇਹ ਚੇਤੇ ਰੱਖੀਏ, ਜਿਵੇਂ ਬੁਲਬੁਲਾ ਹੈ ਬਿਨਸ ਜਾਂਦਾ ਹੈ, ਆਕਾਰ ਨੇ ਬਿਨਸ ਹੀ ਜਾਣਾ। ਕੋਈ ਵੀ ਹੈ ਆਕਾਰ ਵਿੱਚ ਰਹਿੰਦੇ ਹੋਏ, ਜੇ ਨਿਰੰਕਾਰ ਨੂੰ ਆਪਾਂ ਪਕੜਦੇ ਹਾਂ, ਸਾਂਝ ਬਣਾਉਂਦੇ ਹਾਂ, ਫਿਰ ਸਾਡਾ ਜੀਵਨ ਜ਼ਰੂਰ ਸਕਾਰਤ ਹੋ ਜਾਂਦਾ ਹੈ। ਬੇਅੰਤ ਭੁੱਲਾਂ ਦੀ ਖਿਮਾ, ਸਤਿਗੁਰੂ ਸਭਨਾਂ ਨੂੰ ਦਾਤ ਬਖਸ਼ਣ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਵਾਹਿਗੁਰੂ 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 ਵਾਹਿਗੁਰੂ।